ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਰੋਪੜ ਵਿਖੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ। ਸਿੱਖਾਂ ਖਿਲਾਫ ਨਫ਼ਰਤ ਦੇ ਮਾਹੌਲ ਤੇ ਗਿਆਨੀ ਹਰਪ੍ਰੀਤ ਸਿੰਘ ਚਿੰਤਿਤ, ਸਖਤ ਕਾਰਵਾਈ ਦੀ ਕੀਤੀ ਮੰਗ। ਰੁਦਪ੍ਰਯਾਗ ਗੁਰਦੁਆਰਾ ਮਾਮਲਾ ਨਿਹੰਗ ਸਿੰਘਾਂ ਤੇ ਪ੍ਰਸ਼ਾਸਨ ਵਿਚਾਲੇ ਗਤੀਰੋਧ ਜਾਰੀ। ਸਾਰੇ ਮਜ਼ਹਬਾਂ ਨੂੰ ਇੱਕ ਕਰਕੇ ਰੱਖਿਆ। ਉਹਨਾਂ ਦੀ 188ਵੀਂ ਬਰਸੀ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਦੇ ਵਿੱਚ ਮਿਤੀ 27 ਜੂਨ ਨੂੰ 2026 ਨੂੰ ਮਨਾ ਰਹੇ ਹਾਂ। ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਮੁੱਚੇ ਖਾਲਸਾ ਪੰਥ ਅਤੇ ਪਾਰਟੀ ਦੇ ਅਹੁਦੇਦਾਰਾਂ ਤੇ ਸਮਰਥਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਸਰਦਾਰ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪ੍ਰਬੰਧ ਬਰਾਬਰਤਾ, ਇਨਸਾਫ ਅਤੇ ਲੋਕ ਭਲਾਈ ਦੀ ਸੋਚ ਦਾ ਪ੍ਰਤੀਕ ਰਿਹਾ। ਉਹਨਾਂ ਦੀ ਦੂਰਅੰਦੇਸ਼ੀ ਅਤੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਅੱਜ ਵੀ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਹਨਾਂ ਕਿਹਾ ਕਿ ਆਪਣੇ ਮਹਾਨ ਨਾਇਕਾਂ ਅਤੇ ਇਤਿਹਾਸਕ ਸ਼ਖਸੀਅਤਾਂ ਨੂੰ ਯਾਦ ਕਰਨਾ ਕੌਮ ਦੀ ਪਹਿਚਾਣ ਅਤੇ ਵਿਰਸੇ ਨੂੰ ਮਜ਼ਬੂਤ ਕਰਦਾ ਹੈ। ਇਹ ਸਮਾਗਮ 27 ਜੂਨ ਨੂੰ ਸਵੇਰੇ 11 ਵਜੇ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਹੋਵੇਗਾ। ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਅਤੇ ਸੋਚ ਨੂੰ ਯਾਦ ਕੀਤਾ ਜਾਵੇ। ਮਿਤੀ ਜੂਨ 2026 ਹੈ ਤੇ 27 ਤਰੀਕ ਜੂਨ ਨੂੰ ਇਸੇ ਮਹੀਨੇ ਸਾਡੀ ਪਾਰਟੀ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੇ ਦੂਜੀ ਵਾਰੀ ਸਿੱਖ ਰਾਜ ਸਥਾਪਿਤ ਕੀਤਾ, ਪਹਿਲੀ ਵਾਰੀ ਬੰਦਾ ਸਿੰਘ ਬਹਾਦਰ ਨੇ ਕੀਤਾ ਸੀਗਾ, ਦੂਸਰੀ ਵਾਰੀ 1799 ਦੇ ਵਿੱਚ ਆਪਣਾ ਸਿੱਖ ਰਾਜ ਫੇਰ ਆਰੰਭ ਹੋ ਗਿਆ ਸੀਗਾ। ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੇ ਏਡੇ ਵਾਰ ਰਾਜ ਦੇ ਵਿੱਚ ਆਪਣੀ ਕਮਾਈ ਕੀਤੀ ਹੈ, ਸਾਰੀਆਂ ਜਾਤਾਂ ਸਾਰੇ ਮਜ਼ਹਬਾਂ ਨੂੰ ਇੱਕ ਕਰਕੇ ਰੱਖਿਆ। ਉਹਨਾਂ ਦੀ 188ਵੀਂ ਬਰਸੀ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਦੇ ਵਿੱਚ ਮਿਤੀ 27 ਜੂਨ ਨੂੰ 2026 ਨੂੰ ਮਨਾ ਰਹੇ ਹਾਂ। ਮੇਰੀ ਪੰਥ ਤੇ ਕੋਲੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਆਪਾਂ ਆਜ਼ਾਦੀ ਚਾਹੁੰਦੇ ਹਾਂ ਤਾਂ ਫਿਰ ਜਿਨ੍ਹਾਂ ਨੇ ਸਾਡੀ ਆਜ਼ਾਦੀ ਸ਼ੁਰੂ ਕਰਵਾਈ, ਮਹਾਰਾਜਾ ਰਣਜੀਤ ਸਿੰਘ ਨੇ ਤਿੱਬਤ ਤੱਕ ਬਾਰਡਰ ਲੈ ਗਏ, ਸਾਰਾ ਲੱਦਾਖ ਫਤਿਹ ਕੀਤਾ, ਏਡੀ ਵੱਡੀ ਸਾਨੂੰ ਰਿਆਸਤ ਦਿੱਤੀ। ਉਹਨਾਂ ਦੀ ਬਰਸੀ ਤੇ ਆਪਣਾ ਸਾਰਿਆਂ ਦਾ, ਮਾਈਆਂ ਭਾਈਆਂ ਦਾ, ਬੀਬੀਆਂ ਬੱਚਿਆਂ ਦਾ ਫਰਜ਼ ਹੈ ਕਿ 27 ਜੂਨ ਨੂੰ ਆਪਾਂ ਟਿੱਬੀ ਸਾਹਿਬ ਗੁਰਦੁਆਰਾ ਰੋਪੜ ਪਹੁੰਚ ਕੇ ਉੱਥੇ ਵੱਡੀ ਮੀਟਿੰਗ ਕਰੀਏ, ਜਿਹਦੇ ਵਿੱਚ ਸਾਰੇ ਬੁਲਾਰੇ, ਵੱਡੇ ਗਿਆਨੀ, ਵੱਡੇ ਜਥੇਦਾਰ ਆਪਣੀ ਗੱਲ ਕਰ ਸਕਣ। ਉੱਥੇ ਪਹੁੰਚਣ ਦੀ ਤਕਲੀਫ ਆਪ ਜੀ ਨੂੰ ਮੇਰੀ ਬੇਨਤੀ ਹੈ ਜ਼ਰੂਰ ਕਰਨੀ ਹੈ। ਜਿਹੜੇ ਸਾਡੇ PAC ਦੇ ਮੈਂਬਰ ਹੈ, ਜ਼ਿਲ੍ਹੇ ਦੇ ਜਥੇਦਾਰ ਹੈ, ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ 27 ਤਰੀਕ ਨੂੰ ਟਿੱਬੀ ਸਾਹਿਬ ਗੁਰਦੁਆਰੇ ਆਪਣੀ ਹਾਜ਼ਰੀ ਜਥਿਆਂ ਦੇ ਸਮੇਤ ਉੱਥੇ ਹਾਜ਼ਰੀ ਦੇਣੀ ਹੈ। ਮੈਂ ਆਸ ਕਰਦਾ ਕਿ ਪੰਥ ਇਸ ਦਾ ਗਹਿਰਾ ਜਵਾਬ ਦੇਊਗੀ ਔਰ ਚੰਗੀ ਤਰ੍ਹਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਸਕਾਂਗੇ। ਮੈਨੂੰ ਪੂਰੀ ਆਸ ਹੈ। ਅਖੀਰ ਦੇ ਵਿੱਚ ਫਿਰ ਮੈਂ ਅਪੀਲ ਕਰਦਾ ਕਿ ਪੰਥ ਨੂੰ ਉੱਥੇ ਜ਼ਰੂਰ ਤਕੜੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣੀ ਚਾਹੀਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ਖਿਲਾਫ ਨਫ਼ਰਤ ਦੇ ਮਾਹੌਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਮਾਮਲਿਆਂ ਵਿੱਚ ਸਿੱਖਾਂ ਖਿਲਾਫ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਕਾਰਵਾਈਆਂ ਸਵਾਲ ਖੜੇ ਕਰਦੀਆਂ ਹਨ। ਉਹਨਾਂ ਉੱਤਰਾਖੰਡ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਨਫ਼ਰਤ ਭਰੇ ਬਿਰਤਾਂਤ ਨਹੀਂ ਬਣਨੇ ਚਾਹੀਦੇ ਅਤੇ ਨਿਰਪੱਖ ਕਾਰਵਾਈ ਹੋਣੀ ਚਾਹੀਦੀ ਹੈ। ਲੁਧਿਆਣਾ ਵਿੱਚ ਕਿਰਪਾਨ ਨੂੰ ਬੈਨ ਕਰਨ ਦੀ ਮੰਗ ਅਤੇ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਤੇ ਵੀ ਉਹਨਾਂ ਸਖਤ ਪ੍ਰਤੀਕਿਰਿਆ ਦਿੱਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਗੁਰੂ ਸਾਹਿਬਾਨ, ਧਾਰਮਿਕ ਆਗੂਆਂ ਜਾਂ ਆਸਥਾ ਕੇਂਦਰਾਂ ਪ੍ਰਤੀ ਅਪਮਾਨਜਨਕ ਭਾਸ਼ਾ ਨੂੰ ਸਮਾਜ ਵਿੱਚ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਅਤੇ ਭਾਈਚਾਰਕ ਏਕਤਾ ਨੂੰ ਕਾਇਮ ਰੱਖਣਾ ਹਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਉੱਤਰਾਖੰਡ ਦੇ ਰੁद्रप्रयाग ਜ਼ਿਲ੍ਹੇ ਵਿੱਚ ਬਦਰੀਨਾਥ ਹਾਈਵੇ ਤੇ ਸਥਿਤ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਦੀ ਛੱਤ ਤੇ ਡੇਰੇ ਲਈ ਬੈਠੇ ਨਿਹੰਗ ਸਿੰਘਾਂ ਦੇ ਇੱਕ ਜਥੇ ਅਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਪੈਦਾ ਹੋਇਆ ਗਤੀਰੋਧ ਅਜੇ ਵੀ ਬਰਕਰਾਰ ਹੈ। ਇਸ ਕਾਰਨ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਪਰ ਪੂਰੀ ਤਰ੍ਹਾਂ ਕਾਬੂ ਹੇਠ ਦੱਸੀ ਜਾ ਰਹੀ ਹੈ। ਇਹ ਨਿਹੰਗ ਸਿੰਘ ਲੰਘੀ 16 ਜੂਨ ਨੂੰ ਕਰਨਪ੍ਰਯਾਗ ਵਿਖੇ ਸਥਾਨਕ ਵਪਾਰੀਆਂ ਨਾਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਆਪਣੇ 4 ਸਾਥੀ ਨਿਹੰਗ ਸ਼ਰਧਾਲੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਰਨਪ੍ਰਯਾਗ ਝਗੜੇ ਵਿੱਚ ਇੱਕ ਸਿੱਖ ਸ਼ਰਧਾਲੂ ਸਮੇਤ 4 ਲੋਕ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ 4 ਨਿਹੰਗ ਸਿੰਘਾਂ ਖਿਲਾਫ ਇਰਾਦਾ-ਏ-ਕਤਲ ਦੀ ਧਾਰਾ 307 ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਸਾਰੇ ਘਟਨਾਕ੍ਰਮ ਦੌਰਾਨ ਸ਼ਰਧਾਲੂਆਂ ਨੂੰ ਬੰਦਕ ਬਣਾਉਣ ਦੀਆਂ ਉੱਡੀਆਂ ਅਫਵਾਹਾਂ ਦੇ ਵਿਚਕਾਰ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੱਖ-ਵੱਖ ਦਾਅਵੇ ਸਾਹਮਣੇ ਆ ਰਹੇ ਹਨ। ਰੁद्रप्रयाग ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਨੇ ਇੱਕ ਵਿਸ਼ੇਸ਼ ਸਪਸ਼ਟੀਕਰਨ ਜਾਰੀ ਕਰਦਿਆਂ ਬੰਦਕ ਬਣਾਉਣ ਜਾਂ ਗੁਰਦੁਆਰਾ ਸਾਹਿਬ ਤੇ ਕਬਜ਼ੇ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪ੍ਰਬੰਧਕ ਬਾਬਾ ਬਿਆਨ ਸਿੰਘ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਜਥਾ 20 ਜੂਨ ਨੂੰ ਇੱਥੇ ਪਹੁੰਚਿਆ ਸੀ ਅਤੇ ਆਉਂਦਿਆਂ ਹੀ ਸੇਵਾਦਾਰਾਂ ਨਾਲ ਬਦਸਲੂਕੀ ਕੀਤੀ। ਇਸ ਪੂਰੇ ਮਾਮਲੇ ਦੇ ਚਸ਼ਮਦੀਦ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਨਿਹੰਗ ਸਿੰਘਾਂ ਨੇ ਕੁਝ ਲੋਕਾਂ ਨੂੰ ਆਪਣੇ ਕੋਲ ਰੋਕਿਆ ਹੋਇਆ ਸੀ, ਪਰ ਹੁਣ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਬੰਦਕ ਨਹੀਂ ਹੈ। ਹਾਲਾਂਕਿ ਨਿਹੰਗ ਸਿੰਘ ਅਜੇ ਵੀ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਤੇ ਡਟੇ ਹੋਏ ਹਨ, ਜਿਸ ਕਾਰਨ ਗੁਰਦੁਆਰਾ ਪ੍ਰਬੰਧਕਾਂ ਅਤੇ ਉਹਨਾਂ ਵਿਚਾਲੇ ਵਿਵਾਦ ਅਜੇ ਸੁਲਝਿਆ ਨਹੀਂ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਭਾਰੀ ਪੁਲਿਸ ਫੋਰਸ ਅਤੇ ਪੈਰਾਮਿਲਟਰੀ ਫੋਰਸ ਤੈਨਾਤ ਹੈ, ਜਿਸ ਦੇ ਸਖਤ ਸੁਰੱਖਿਆ ਘੇਰੇ ਹੇਠ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ, ਨਿਤਨੇਮ ਦੀ ਅਰਦਾਸ ਅਤੇ ਲੰਗਰ ਸੇਵਾ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਚੱਲ ਰਹੀ ਹੈ। ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਲਈ ਨਿਹੰਗਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਰਹਿਣ ਦਾ ਅਗਰ ਕਿਸੇ ਨੂੰ ਹੱਕ ਹੈ ਤਾਂ ਉਹ ਸਿੱਖਾਂ ਨੂੰ ਹੱਕ ਹੈ। ਅਸੀਂ ਰਹਿ ਸਕਦੇ, ਸਾਡੇ ਤੇ ਕੋਈ ਉਂਗਲ ਨਹੀਂ ਕਰ ਸਕਦਾ। ਜਿਨ੍ਹਾਂ ਨੇ ਜਾਣਾ ਬੰਗਲਾਦੇਸ਼ ਜਾਣਾ, ਪਾਕਿਸਤਾਨ ਜਾਣਾ, ਜਾਣ, ਅਸੀਂ ਤਾਂ ਇੱਥੇ ਹੀ ਰਹਿਣਾ। ਉੱਤਰਾਖੰਡ ਵਿੱਚ ਸਿੱਖ ਨੌਜਵਾਨਾਂ ਨਾਲ ਜੁੜੇ ਲੜਾਈ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਉੱਤਰਾਖੰਡ ਦੇ ਰੈਜ਼ੀਡੈਂਟ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਸਿੱਖ ਨੌਜਵਾਨਾਂ ਨਾਲ ਵਾਪਰੀ ਘਟਨਾ ਬਾਰੇ ਚਰਚਾ ਕੀਤੀ ਗਈ ਅਤੇ ਮਾਮਲੇ ਦੀ ਨਿਰਪੱਖ ਜਾਂਚ ਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਸਮੇਤ ਹੋਰ ਆਗੂ ਮੌਜੂਦ ਰਹੇ। ਆਗੂਆਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਮਾਮਲੇ ਵਿੱਚ ਸੱਚਾਈ ਸਾਹਮਣੇ ਲਿਆਉਣਾ ਜ਼ਰੂਰੀ ਹੈ। ਰੈਜ਼ੀਡੈਂਟ ਕਮਿਸ਼ਨਰ ਹੈਗੇ ਉੱਤਰਾਖੰਡ ਦੇ, ਅਸੀਂ ਉਹਨਾਂ ਨੂੰ ਆਪਣਾ ਮੈਮੋਰੰਡਮ ਦਿੱਤਾ ਹੈ। ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੋ ਕੁਝ ਤੁਸੀਂ ਲਿਖ ਕੇ ਦਿੱਤਾ ਅਸੀਂ ਸਾਰੀਆਂ ਗੱਲਾਂ ਪੂਰੀਆਂ ਕਰਾਂਗੇ। ਔਰ ਅਸੀਂ ਇਹ ਵੀ ਕਿਹਾ ਕਿ ਜਦ ਚੀਫ ਮਿਨਿਸਟਰ ਸਾਹਿਬ ਦਿੱਲੀ ਆਵਣ ਤਾਂ ਸਾਡਾ ਡੈਪੂਟੇਸ਼ਨ ਉਹਨਾਂ ਨੂੰ ਮਿਲਣ ਜਾਏਗਾ, ਸਾਨੂੰ ਮਿਲਵਾ ਦੇਣਾ। ਉਹਨਾਂ ਕਿਹਾ ਜੀ ਬਿਲਕੁਲ ਠੀਕ ਹੈ। ਅਸੀਂ ਉਹਨਾਂ ਨੂੰ ਤਕਲੀਫਾਂ ਦੱਸੀਆਂ ਬਈ ਲੜਕੇ ਪਹਾੜ ਤੇ ਚੜ੍ਹਨਾ, ਸੋਟੀ ਦੇ ਹੱਥ 'ਚ ਫੜਨਗੇ, ਕਿਰਪਾਨਾ ਸਾਡਾ ਅੰਗ ਹੈਗਾ, ਕਿਰਪਾਨਾ ਸਾਡਾ ਅੰਗ ਹੈ ਤੇ ਕਿਰਪਾਨਾ ਅਲਾਓ ਹੈਗਾ ਸਿੱਖ ਧਰਮ ਦੇ ਵਿੱਚ ਲਿਜਾਣੀਆਂ 5 ਕਕਾਰਾਂ ਚਾਹੁੰਦੀ ਹੈ। ਪਰ ਅੱਜ ਤੱਕ ਕਿਸੇ ਨੇ ਕਿਰਪਾਨ ਦਾ ਨਜਾਇਜ਼ ਫਾਇਦਾ ਨਹੀਂ ਉਠਾਇਆ, ਪਰ ਉਹ ਚਿੰਨ੍ਹ ਉਹਨੂੰ ਜਲਾਉਣਾ ਚਾਹੀਦਾ ਹੈ। ਤੁਹਾਨੂੰ ਇਹ ਚਾਹੀਦਾ ਹੈ, ਸਖਤ ਇੰਸਟਰਕਸ਼ਨ ਦੇਣੀਆਂ ਚਾਹੀਦੀਆਂ ਕਿ ਕੋਈ ਵੀ ਯਾਤਰੂਆਂ ਨੂੰ ਤੰਗ ਕਰੇਗਾ, ਭਾਵੇਂ ਉਹ ਕੋਈ ਵੀ ਹਨ, ਸਰਕਾਰ ਐਕਸ਼ਨ ਉਹਨਾਂ ਦੇ ਉੱਤੇ ਸਖਤ ਲਏਗੀ। ਔਰ ਉਸ ਐਕਸ਼ਨ ਦੇ ਵਿੱਚ ਚੀਫ ਮਿਨਿਸਟਰ ਵੱਲੋਂ ਅਸੀਂ ਕਿਹਾ ਵੀ ਇੰਸਟਰਕਸ਼ਨ ਜਾਣੀਆਂ ਚਾਹੀਦੀਆਂ ਹਰ ਮਹਿਕਮੇ ਨੂੰ, ਔਰ ਯਾਤਰਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਕਿਸੇ ਦੀ ਦਿੱਕਤ ਨਹੀਂ ਆਉਣੀ ਚਾਹੀਦੀ, ਕਿਸੇ ਨੂੰ ਲੰਗਰ ਲਾਉਣ ਤੋਂ ਰੋਕਣਾ ਨਹੀਂ ਚਾਹੀਦਾ, ਕਿਸੇ ਨੂੰ ਪਾਣੀ ਸਰਵ ਕਰਨ ਤੋਂ ਰੋਕਣਾ ਨਹੀਂ ਚਾਹੀਦਾ। ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਮੈਂ ਆਈਜੀ ਪੁਲਿਸ, ਡੀਜੀਪੀ ਪੁਲਿਸ, ਚੀਫ ਮਿਨਿਸਟਰ, ਚੀਫ ਸੈਕਟਰੀ ਸਾਰਿਆਂ ਨੂੰ ਤੁਹਾਡੀ ਇਹ ਜਿਹੜੀ ਰਿਪੋਰਟ ਹੈਗੀ ਔਰ ਗੱਲਬਾਤ ਹੈਗੀ ਬਹੁਤ ਛੇਤੀ ਹੁਣੇ ਪਹੁੰਚ ਜਾਏਗੀ। ਦੇਖੋ ਗੱਲ ਹੈਗੀ ਕਿ ਜਦ ਮੈਂ ਗੱਲ ਕੀਤੀ ਸੀ ਇਹਨਾਂ ਨਾਲ, ਇਹਨਾਂ ਨੇ ਕਿਹਾ ਸੀ ਹਮਾਰੇ ਪਾਸ ਜਗ੍ਹਾ ਨਹੀਂ ਹੈ, 5 ਆਦਮੀ ਆਣੇ ਚਾਹੀਏ। ਤੇ ਮੈਂ ਜਿਹੜਾ ਸੀ ਮੈਂ ਕਿਹਾ ਕੋਈ ਨਹੀਂ, ਪਹਿਲੇ 5 ਤੇ ਜਾਣਨਾ, ਤੇ 5 ਦੇ ਅਸੀਂ 10 ਚਲੇ ਗਏ ਹਾਂ। ਹੋਰ ਕੋਈ ਬਹਿਸ ਨਹੀਂ ਹੋਈ, ਕੋਈ ਮਾਹੌਲ ਖਰਾਬ ਨਹੀਂ ਹੋਇਆ। ਅਸੀਂ ਉਹਨਾਂ ਨੂੰ ਜਿਹੜੇ ਇੰਸਪੈਕਟਰ ਸਾਹਿਬ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਹਿਬ ਕੋਲ ਪੁੱਛ ਲਓ। ਅਸੀਂ ਗਏ ਹਾਂ, ਉੱਥੇ ਵਾਕਈ 6ਵਾਂ ਬੰਦਾ ਵੀ ਨਹੀਂ ਸੀ ਬੈਠ ਸਕਦਾ, ਪਰ ਚਲੋ ਦੇ ਆਰ ਕਾਈਂਡ ਇਨਫ ਟੂ ਆਵਰ ਡੈਲੀਗੇਸ਼ਨ। ਦੇਖੋ ਜੀ ਗੱਲ ਇਹ ਹੈਗੀ, ਖਰਾਬ ਹੋਏਗਾ ਉੱਥੇ ਹਾਲੇ ਸ਼ੱਕ ਹੈਗਾ ਸਾਨੂੰ ਖਰਾਬ ਹੋਏਗਾ, ਪਰ ਬਾਕੀ ਹਿੰਦੁਸਤਾਨ ਦੇ ਵਿੱਚ ਸਾਨੂੰ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਸਾਨੂੰ ਪੂਰੀ ਆਸ ਹੈ
ਕਿ ਇਹ ਗਵਰਨਮੈਂਟ ਦੀ ਡਿਊਟੀ ਹੈ ਔਰ ਨਾ ਵੀ ਹੋਵੇ। ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਰਹਿਣ ਦਾ ਅਗਰ ਕਿਸੇ ਨੂੰ ਹੱਕ ਹੈ ਤਾਂ ਉਹ ਸਿੱਖਾਂ ਨੂੰ ਹੱਕ ਹੈਗਾ। ਅਸੀਂ ਰਹਿ ਸਕਦੇ ਹਾਂ, ਸਾਡੇ ਤਾਂ ਕੋਈ ਉਂਗਲ ਨਹੀਂ ਕਰ ਸਕਦਾ। ਜਿਨ੍ਹਾਂ ਨੇ ਜਾਣਾ ਬੰਗਲਾਦੇਸ਼ ਜਾਣਾ ਪਾਕਿਸਤਾਨ ਜਾਣਾ ਜਾਣ, ਅਸੀਂ ਤਾਂ ਇੱਥੇ ਹੀ ਰਹਿਣਾ। ਮੈਂ ਸਮਝਦਾ ਕਿ ਜਿਹੜੀ ਅਸੀਂ ਡੈਲੀਗੇਸ਼ਨ ਲੈ ਕੇ ਗਏ ਸੀ, ਅਸੀਂ ਸਾਰੀ ਗੱਲਾਂ ਉਹਨਾਂ ਨਾਲ ਕੀਤੀਆਂ ਕਿ ਕਿਸ ਤਰੀਕੇ ਨਾਲ ਪਹਿਲ ਜਿਹੜੀ ਸੀਗੀ ਉਹ ਲੋਕਲਸ ਵੱਲੋਂ ਹੋਈ ਸੀਗੀ, ਇਹਨਾਂ ਵੱਲੋਂ ਪਹਿਲ ਨਹੀਂ ਹੋਈ ਸੀਗੀ ਸਾਡੇ ਮੁੰਡਿਆਂ ਵੱਲੋਂ। ਔਰ ਸਾਡੇ ਮੁੰਡਿਆਂ ਨੂੰ 3rd ਡਿਗਰੀ ਟਾਰਚਰ ਦਿੱਤਾ ਗਿਆ, ਬਗੈਰ ਦਸਤਾਰਾਂ ਤੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਕੋਰਟ ਵਿੱਚ, ਔਰ ਹਿਊਮਨ ਰਾਈਟਸ ਦਾ ਹਨਨ ਕੀਤਾ ਗਿਆ। ਸਰਨਾ ਸਾਹਿਬ ਨੇ ਗੱਲਾਂ ਸਾਰੀਆਂ ਉੱਥੇ ਲਿਖ ਕੇ ਵੀ ਦਿੱਤੀਆਂ ਨੇ, ਔਰ ਉਹਨਾਂ ਨੇ ਇਹ ਮੰਨਿਆ ਕਿ ਇਹ ਸਾਰੀ ਗੱਲਾਂ ਚੀਫ ਮਿਨਿਸਟਰ DGP ਦੇ ਉਹਦੇ ਦੇਵਾਂਗੇ। ਸਾਨੂੰ ਲੋੜ ਪਏਗੀ ਅਸੀਂ ਹਿਊਮਨ ਰਾਈਟਸ ਕਮਿਸ਼ਨ ਕੋਲ ਵੀ ਜਾਵਾਂਗੇ ਔਰ ਅਸੀਂ ਉੱਥੇ ਵੀ ਆਪਣੀ ਰਿਪਰੈਜ਼ੈਂਟੇਸ਼ਨ ਦੇਵਾਂਗੇ, ਹੋਮ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਹੋਮ ਮਿਨਿਸਟਰ ਨੂੰ ਮਿਲਾਂਗੇ। ਗੁਰੂ ਦੋਖੀ ਪੰਥ ਵਿਰੋਧੀ ਇਸ ਸ਼ਰਾਬੀ ਮੁੱਖ ਮੰਤਰੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਗੁਰੂ ਬਖਸ਼ਣਹਾਰ ਆ, ਆਪਣਾ ਸਾਰਾ ਕੁਝ ਭੁੱਲ ਕੇ ਤੂੰ ਤੇ ਇੱਥੇ ਆ ਕੇ ਮਾਫੀ ਮੰਗ ਲੈ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਤੇ ਇੱਥੇ ਅਕਾਲ ਤਖਤ ਸਾਹਿਬ ਨਾਲ ਜਿਸ ਨੇ ਵੀ ਟੱਕਰ ਲਈ ਆ ਉਹਦਾ ਕੁਝ ਵੀ ਨਹੀਂ ਰਿਹਾ। ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਾ ਅੱਜ ਤੱਕ ਨਾ ਕੋਈ ਬਖਸ਼ਿਆ ਗਿਆ ਤੇ ਨਾ ਹੀ ਬਖਸ਼ਿਆ ਜਾਣਾ। ਅਬਦਾਲੀ ਦਾ ਇਤਿਹਾਸ ਪੜ੍ਹ ਲਓ, ਇੰਦਰਾ ਗਾਂਧੀ ਦਾ ਇਤਿਹਾਸ ਪੜ੍ਹ ਲਓ, ਜਿਨ੍ਹਾਂ ਵੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਨਹੀਂ ਉਹ ਬਚੇ। ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵਿਰੋਧ ਦੀਆਂ ਆਵਾਜ਼ਾਂ ਹੁਣ ਪਿੰਡਾਂ ਤੱਕ ਵੀ ਪਹੁੰਚਦੀਆਂ ਨਜ਼ਰ ਆ ਰਹੀਆਂ ਹਨ। ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਪੋਸਟਰ ਲੱਗੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਪੋਸਟਰਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਮੁੱਦੇ ਤੇ ਭਗਵੰਤ ਮਾਨ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਤੇ ਪਾਰਟੀ ਨੇ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਮਾਮਲਿਆਂ ਵਿੱਚ ਸੰਜੀਦਗੀ ਵਰਤਣ ਦੀ ਸਲਾਹ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਿਆਸੀ ਮਾਹੌਲ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਅਤੇ ਵੱਖ-ਵੱਖ ਪੱਖਾਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਹੈ ਭਗਵੰਤ ਮਾਨ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨਿਆ ਗਿਆ, ਕਿਉਂਕਿ ਜੋ ਅੱਜ ਤੋਂ ਪਹਿਲਾਂ 6-7 ਮਹੀਨੇ ਪਹਿਲਾਂ ਇਹਨਾਂ ਦੀ ਵੀਡੀਓ ਆਈ ਸੀ ਜਿਹਦੇ ਵਿੱਚ ਇਹ ਗੁਰੂ ਸਾਹਿਬ ਦੀ ਤਸਵੀਰ ਨੂੰ ਸ਼ਰਾਬ ਦੇ ਛੱਟੇ ਮਾਰਦਾ ਵਿਖਾਇਆ ਗਿਆ। ਫਿਰ 14ਵੀਂ ਸਦੀ ਦੇ ਸਾਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਤਸਵੀਰ ਨੂੰ ਵੀ ਇਹਨੇ ਛੱਟੇ ਮਾਰਦਾ ਦਿਖਾਇਆ ਗਿਆ, ਜਿਹਦੇ ਵਿੱਚ ਪੰਥ ਦੇ ਵਿੱਚ ਬਹੁਤ ਹੀ ਭਾਰੀ ਰੋਸ ਆਇਆ। ਰੋਸ ਆਉਣ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਇਹਨਾਂ ਨੂੰ ਸੱਦ ਕੇ ਪੁੱਛਿਆ ਗਿਆ। ਇਹਨਾਂ ਨੇ ਕਿਹਾ ਵੀ ਉਹ ਜੋ ਵੀ ਆ ਵੀਡੀਓ ਸਾਰੀਆਂ ਝੂਠੀਆਂ ਨੇ, ਪਰ ਉਹ ਜਿੰਨੀਆਂ ਵੀ ਉਹ ਉੱਥੋਂ ਲੈਬ ਦੇ ਵਿੱਚੋਂ ਚੈੱਕ ਕਰਵਾਈਆਂ ਗਈਆਂ ਉਹ ਬਿਲਕੁਲ ਸਹੀ ਪਾਈਆਂ ਗਈਆਂ। ਸਹੀ ਪਾਉਣ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਆਦੇਸ਼ ਆ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਦਿੱਤਾ ਹੈ ਵੀ ਇਹ ਪੰਥ ਦੋਖੀ ਗੁਰੂ ਦੋਖੀ ਤੇ ਪੰਥ ਵਿਰੋਧੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਗੁਰੂ ਦੋਖੀ ਪੰਥ ਵਿਰੋਧੀ ਇਸ ਸ਼ਰਾਬੀ ਮੁੱਖ ਮੰਤਰੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਗੁਰੂ ਬਖਸ਼ਣਹਾਰ ਆ, ਆਪਣਾ ਸਾਰਾ ਕੁਝ ਭੁੱਲ ਕੇ ਤੂੰ ਤੇ ਇੱਥੇ ਆ ਕੇ ਮਾਫੀ ਮੰਗ ਲੈ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਤੇ ਇੱਥੇ ਅਕਾਲ ਤਖਤ ਸਾਹਿਬ ਨਾਲ ਜਿਸ ਨੇ ਵੀ ਟੱਕਰ ਲਈ ਆ ਉਹਦਾ ਕੁਝ ਵੀ ਨਹੀਂ ਰਿਹਾ। ਪਿਛਲੀਆਂ ਪੀੜ੍ਹੀਆਂ ਤੋਂ ਦੇਖ ਲਓ, ਅੰਗਰੇਜ਼ਾਂ ਦੇ ਟਾਈਮ ਤੋਂ ਦੇਖ ਲਓ, ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਕੋਈ ਇਨਸਾਨ ਸਿਰ ਝੁਕਾਉਂਦਾ, ਪਰ ਇਹ ਵੇਰ ਰਿਹਾ ਵਾ, ਇਹਨੂੰ ਬਿਲਕੁਲ ਮੱਥਾ ਲਾ ਰਿਹਾ ਜੀ। ਇਹ ਮੱਥਾ ਇਹਦਾ ਪਾਟੇਗਾ ਕੁਝ ਟਾਈਮ ਆਉਣ ਤੇ, ਕਿਉਂ ਕਰਕੇ ਕਿ ਗੁਰੂ ਨਾਲ ਕੋਈ ਵੀ ਕਦੀ ਅੜ ਨਹੀਂ ਸਕਦਾ। ਇਹਨਾਂ ਹੀ ਕਹਿੰਦਾ ਹੋਇਆ ਮੈਂ ਤੇ ਇਹੋ ਹੀ ਕਹਿਣਾ ਕਿ ਜਿੰਨੀਆਂ ਵੀ ਸੰਗਤਾਂ ਵਾ ਇਸ ਦਾ ਵਿਰੋਧ ਕਰਨ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਜਾਰੀ ਹੋਇਆ ਉਹਦੀ ਪਾਲਣਾ ਕਰਨ। ਅੱਜ ਅਸੀਂ ਹਲਕਾ ਪੱਛਮੀ ਦੇ ਵਿੱਚ ਸਾਡੇ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਛੇਹਰਟਾ ਸਾਹਿਬ ਇੱਥੋਂ ਸ਼ੁਰੂਆਤ ਹੋਈ ਆ। ਇੱਥੋਂ ਸ਼ੁਰੂਆਤ ਹੁੰਦੀ ਹਰ ਇਲਾਕੇ 'ਚ, ਹਰ ਵਾਰਡ ਦੇ ਵਿੱਚ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਿਹੜੇ ਫਲੈਕਸ ਬੋਰਡ ਲੱਗਣਗੇ। ਸੰਗਤ ਨੂੰ ਅਸੀਂ ਇਹੋ ਅਪੀਲ ਕਰਦੇ ਆ ਕਿ ਵੇਖੋ, ਇਹ ਕਹਿੰਦਾ ਕਿ ਮੇਰੀ ਵੀਡੀਓ ਨਹੀਂ ਆ, ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਾਰੂ ਪੀ ਕੇ ਗਿਆ ਏ। ਉਸ ਤੋਂ ਬਾਅਦ ਵਿਧਾਨ ਸਭਾ 'ਚ, ਲੋਕ ਸਭਾ 'ਚ ਜਾਂ ਤੇ ਹੋਵੇ ਨਾ ਕਿ ਇੱਕ ਇਹਦੀ ਗਲਤੀ ਆ, ਹਰ ਜਗ੍ਹਾ ਤੇ ਇਹਦੀ ਗਲਤੀ ਜ਼ਾਹਰ ਹੋਈ ਆ, ਪਰ ਇਹ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਆ। ਭਗਵੰਤ ਮਾਨ ਕਰ ਰਿਹਾ ਸ੍ਰੀ ਅਕਾਲ ਤਖਤ ਦਾ ਮੱਥਾ ਲਾ ਕੇ, ਇਹ ਚੰਗਾ ਨਹੀਂ ਕਰ ਰਿਹਾ। ਇਹ ਜਿਹੜਾ ਪੰਥ ਵਿਰੋਧੀ ਹਮੇਸ਼ਾ ਚੱਲ ਰਿਹਾ, ਇਹਨਾਂ ਦੀ ਪਿਛਲੀ ਜਿਹੜਾ ਕੇਜਰੀਵਾਲ ਉਹਦੇ ਇਸ਼ਾਰੇ ਤੇ ਸਾਰੇ ਕੰਮ ਕਰ ਰਿਹਾ ਵਾ, ਤੇ ਇਹ ਜਿਹੜਾ ਪੰਜਾਬ ਨੂੰ ਇੱਕ ਦੁਖਦਾਈ ਘੰਟ ਵਿੱਚ ਲੈ ਕੇ ਜਾ ਰਿਹਾ ਵਾ। ਅਕਾਲ ਤਖਤ ਦਾ ਮੱਥਾ ਲਾਉਣ ਵਾਲਾ ਅੱਜ ਤੱਕ ਨਾ ਕੋਈ ਬਖਸ਼ਿਆ ਗਿਆ ਤੇ ਨਾ ਹੀ ਬਖਸ਼ਿਆ ਜਾਣਾ। ਅਬਦਾਲੀ ਦਾ
ਇਤਿਹਾਸ ਪੜ੍ਹ ਲਓ, ਇੰਦਰਾ ਗਾਂਧੀ ਦਾ ਇਤਿਹਾਸ ਪੜ੍ਹ ਲਓ, ਜਿਨ੍ਹਾਂ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਨਹੀਂ ਉਹ ਬਚੇ। ਇਸ ਕਰਕੇ ਚਲੋ ਜੇ ਤੇ ਗੁਰੂ ਦਾ ਸਿੱਖ ਆਪਣੇ ਆਪ ਨੂੰ ਖਵਾਉਂਦਾ, ਜੇ ਗਲਤੀ ਹੋ ਗਈ ਤਾਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਮਾਫੀ ਮੰਗ ਲਵੇ ਤੇ ਵਧੀਆ ਵੀ ਮੈਂ ਅਕਾਲ ਤਖ਼ਤ ਸਾਹਿਬ ਨੂੰ ਮੰਨਦਾ ਵਾਂ। ਜੇ ਤੇ ਅਕਾਲ ਤਖ਼ਤ ਨੂੰ ਨਹੀਂ ਮੰਨਦਾ, ਜੇ ਤੇ ਮੱਥਾ ਲਾਉਂਦਾ ਤੇ ਫਿਰ ਗੁਰੂ ਮਹਾਰਾਜ ਜਾਣੇਗਾ। ਫਿਰ ਇਹਦਾ ਅਸਰ ਜਿਹੜਾ ਉਸ 27 ਵਿੱਚ ਲੋਕਾਂ ਨੇ ਵੈਸੇ ਵੀ ਦਿਖਾ ਦੇਣਾ ਤੇ ਜਿਹੜਾ ਇਲੈਕਸ਼ਨ ਦਾ ਤੇ ਸਿਆਸੀ ਹੈਗਾ ਦਾ ਮਸਲਾ ਜਿਹੜਾ ਵੈਸੇ ਵੀ ਪਰਿਵਾਰਕ ਤੌਰ ਤੇ ਇਹਦਾ ਜਿਹੜਾ ਇਹਦਾ ਘਾਣ ਹੋਣਾ ਵਾ, ਕਿਉਂਕਿ ਜਿੰਨਾ ਮੱਥਾ ਲਾਇਆ ਗੁਰੂ ਘਰ ਨੂੰ ਬਖਸ਼ੇ ਨਹੀਂ ਗਏ। ਇਸ ਕਰਕੇ ਇਹਨੂੰ ਆਪਣੀ ਮੱਤ ਤੋਂ ਕੰਮ ਲੈਣਾ ਚਾਹੀਦਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 10 ਡਾਊਨਿੰਗ ਸਟਰੀਟ ਦੇ ਬਾਹਰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਲੇਬਰ ਪਾਰਟੀ ਨੂੰ ਨਹੀਂ ਲੱਗਦਾ ਹੈ ਕਿ ਮੈਂ ਅਗਲੀ ਚੋਣ ਵਿੱਚ ਅਗਵਾਈ ਕਰਨ ਲਈ ਸਹੀ ਵਿਅਕਤੀ ਹਾਂ। ਸਟਾਰਮਰ ਦਾ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਲੇਬਰ ਪਾਰਟੀ ਦੇ ਅੰਦਰ ਉਹਨਾਂ ਦੀ ਅਗਵਾਈ ਨੂੰ ਲੈ ਕੇ ਲੰਮੇ ਸਮੇਂ ਤੋਂ ਅਸੰਤੋਸ਼ ਵੱਧ ਰਿਹਾ ਸੀ। ਹਾਲ ਦੇ ਮਹੀਨਿਆਂ ਵਿੱਚ ਕਈ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੇ ਉਹਨਾਂ ਦੀ ਅਗਵਾਈ ਤੇ ਸਵਾਲ ਚੁੱਕੇ ਸਨ। ਸਥਾਨਕ ਚੋਣਾਂ ਵਿੱਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਅਤੇ ਡਿੱਗਦੀ ਲੋਕਪ੍ਰਿਯਤਾ ਨੇ ਵੀ ਉਹਨਾਂ ਤੇ ਦਬਾਅ ਵਧਾ ਦਿੱਤਾ ਸੀ। ਰਿਪੋਰਟ ਮੁਤਾਬਕ ਐਂਡੀ ਬਰਨਹੈਮ ਉਹਨਾਂ ਦੇ ਉੱਤਰਾਧਿਕਾਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਬਰਨਹੈਮ ਨੇ ਹਾਲ ਹੀ ਵਿੱਚ ਮੇਕਰਫੀਲਡ ਜ਼ਿਮਨੀ ਚੋਣ ਜਿੱਤ ਕੇ ਸੰਸਦ ਵਿੱਚ ਵਾਪਸੀ ਕੀਤੀ ਹੈ ਅਤੇ ਉਹਨਾਂ ਨੂੰ ਲੇਬਰ ਸੰਸਦ ਮੈਂਬਰਾਂ ਦੇ ਇੱਕ ਵੱਡੇ ਵਰਗ ਦਾ ਸਮਰਥਨ ਹਾਸਲ ਦੱਸਿਆ ਜਾ ਰਿਹਾ ਹੈ।